गुरु वाहे गुरु वाहे गुरु। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। वाहे गुरु वाहे गुरु वाहिगुरु। गुरु दी परम प्यारी गुरु सवारी साध संगत जीओ, आपां संगतां ने मिल के जो जपजी साहिब दा हर ऐतवार नूं गुरबाणी दा विचार आरंभ कीता है, उस दे तहत आपां पिछली पौड़ी जो आपां विचार कीता सी, सुनिया लागै सहज ध्यान नानक भगता सदा विकास, सुनिया दुख पाप का नाश। हुण अगे आपां सतगुरु दी बख्शिश नाल अगली पौड़ी दा विचार करांगे। वो आओ आपां सतगुरु दी शरण दे विच बैठ के सतगुरां दी गुरबाणी दा विचार करिए और सतगुरु अपने सारिਆਂ ਦੇ ਉੱਪਰ बख्शियां करन, मेहर दी निगाह करन। इस तो पहला कि आपां विचार सरवण करिए, शुरू करिए, गुरु दी बख्शी हुई फतेह प्रवान करो। वाहिगुरु जी का खालसा, वाहिगुरु जी की फतेह। साध संगत जी अगली पौड़ी दे विच सतगुरु बख्शिश करते हैं, सुनिए सरा गुणा के गा, सुनिए शेख पीर पातशाह, सुनिए अंधे पावै राह, सुनिए हाथ होवै असगा, नानक भगता सदा विकास, सुनिए दुख पाप का नाश। वाहिगुरु गुरु दी परम प्यारी गुरु सवारी साध संगत जीओ, ये सुनिए दी अखीरली पौड़ी है। सुनिए जिवें कि आप जी नूं पहलां भी दस्सिया गया सी कि जदों असीं साहिब श्री गुरु ग्रंथ साहिब दी गुरबाणी दे शब्दां नूं पढ़दे हां, ਉਹਨਾਂ ਦੇ ਵਿੱਚੋਂ ਸੋਚ ਵਿਚਾਰ ਕਰਕੇ ਜਦੋਂ ਅਸੀਂ ਉਸ ਦੇ ਅੰਤਰਲੇ ਭਾਵ ਅਰਥ ਨੂੰ ਸਮਝਦੇ ਹਾਂ, ਉਦੋਂ ਸਾਨੂੰ ਸਮਝ ਆਉਂਦੀ ਹੈ ਕਿ ਗੁਰੂ ਦੀ ਕਿਰਪਾ ਨਾਲ ਸਾਨੂੰ ਇੱਕ ਹੋਰ ਸ਼ਬਦ ਜਿਹੜਾ ਹੈ ਉਹ ਪ੍ਰਗਟ ਹੁੰਦਾ ਹੈ ਇਹਨਾਂ ਸ਼ਬਦਾਂ ਦੇ ਵਿੱਚੋਂ। ਔਰ ਜਿਵੇਂ ਜਿਵੇਂ ਅਸੀਂ ਗੁਰੂ ਤੋਂ ਲਿਆ ਹੋਇਆ ਨਾਮ ਅੰਮ੍ਰਿਤ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਦੇ ਹਾਂ ਔਰ ਗੁਰਬਾਣੀ ਦੇ ਸ਼ਬਦਾਂ ਦਾ ਵਿਚਾਰ ਕਰਦੇ ਹਾਂ, ਆਪਣੇ ਆਚਰਣ ਨੂੰ ਸੁੱਚਾ ਕਰ ਲੈਂਦੇ ਹਾਂ, ਆਪਣੇ ਭਾਵਨਾ ਨੂੰ ਗੁਰੂ ਨੂੰ ਸਮਰਪਿਤ ਕਰਕੇ ਗੁਰੂ ਦੇ ਨਾਲ ਪਿਆਰ ਕਰਦੇ ਹੋਏ ਗੁਰੂ ਦੀ ਗੁਰਬਾਣੀ ਨੂੰ ਜਦੋਂ ਅਸੀਂ ਵਿਚਾਰ ਕਰਦੇ ਹਾਂ, ਵਾਹਿਗੁਰੂ ਵਾਹਿਗੁਰੂ ਨਾਮ ਸਿਮਰਨ ਕਰਦੇ ਹਾਂ, ਗੁਰੂ ਦੀ ਸ਼ਰਨ ਹੋ ਕੇ ਸਤਿਗੁਰਾਂ ਦੇ ਹਰ ਕਾਰਜ ਦੇ ਵਿੱਚ ਅਸੀਂ ਆਪਣੇ ਆਪ ਨੂੰ ਸਮਰਪਿਤ ਕਰਦੇ ਹਾਂ ਔਰ ਸ਼ਰਨ ਦੇ ਵਿੱਚ ਕਰਦੇ ਹਾਂ ਗੁਰੂ ਦੇ, ਉਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਕਿ ਸਾਡੇ 10ਵੇਂ ਦੁਆਰ ਦੇ ਵਿੱਚ ਇੱਕ ਨਾਦ ਸ਼ਬਦ, ਜਿਸ ਨੂੰ ਨਾਮ ਬਾਣੀ ਵੀ ਕਿਹਾ ਜਾਂਦਾ ਹੈ, ਜਿਸ ਨੂੰ ਨਾਮ ਸ਼ਬਦ ਵੀ ਕਿਹਾ ਜਾਂਦਾ ਹੈ, ਜਿਸ ਨੂੰ ਸ਼ਬਦ ਬਾਣੀ ਵੀ ਕਿਹਾ ਜਾਂਦਾ ਹੈ, ਜਿਸ ਨੂੰ ਅਨਹਦ ਨਾਦ ਵੀ ਕਿਹਾ ਜਾਂਦਾ ਹੈ, ਜਿਸ ਨੂੰ ਅੰਮ੍ਰਿਤ ਨਾਦ ਵੀ ਕਿਹਾ ਜਾਂਦਾ ਹੈ, ਜਿਸ ਨੂੰ ਅਨਹਤ ਧੁਨ ਬਾਣੀ, ਸ਼ਬਦ ਬਾਣੀ, ਇਸ ਤਰ੍ਹਾਂ ਦੇ ਨਾਵਾਂ ਨਾਲ ਯਾਦ ਕੀਤਾ ਜਾਂਦਾ ਹੈ। ਇਹ ਧੁਨ ਜਿਹੜੀ ਹੈ ਜਿਸ ਨੂੰ ਅਸੀਂ ਅਨਹਤ ਧੁਨ ਕਹਿੰਦੇ ਹਾਂ, ਇਹ ਸਾਡੇ ਅੰਤਰ 10ਵੇਂ ਦੁਆਰ ਦੇ ਵਿੱਚ ਇਹ ਵੱਜਣੀ ਸ਼ੁਰੂ ਹੋ ਜਾਂਦੀ ਹੈ ਔਰ ਇਸ ਦੇ ਸੁਣਿਆ ਹੀ ਸਾਡੇ ਉੱਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਕਿ ਸਾਨੂੰ ਪਰਮ ਪਿਤਾ ਪਰਮਾਤਮਾ ਦੀ ਬਖਸ਼ਿਸ਼ ਜਿਹੜੀ ਹੈ ਉਹ ਪ੍ਰਾਪਤ ਹੋ ਜਾਂਦੀ ਹੈ। ਪਰਮ ਪਿਤਾ ਪਰਮਾਤਮਾ ਸਾਨੂੰ ਦਰਸਦਾਰੇ ਦੇਣੇ ਸ਼ੁਰੂ ਕਰ ਦਿੰਦਾ ਸਾਡੇ ਅੰਤਰ ਹਿਰਦੇ ਦੇ ਵਿੱਚ, ਅੰਤਰ 10ਵੇਂ ਦੁਆਰ ਦੇ ਵਿੱਚ ਇਹ ਅਨਹਦ ਧੁਨ ਜਿਹੜੀ ਹੈ ਉਹ ਵੱਜਣੀ ਸ਼ੁਰੂ ਹੋ ਜਾਂਦੀ ਹੈ। ਕਿਉਂ
क्योंकि ਜਦੋਂ ਅਸੀਂ ਨਾਮ ਸਿਮਰਨ ਕਰਦੇ ਹਾਂ, ਗੁਰਬਾਣੀ ਨੂੰ ਪੜ੍ਹਦੇ ਹਾਂ, ਆਪਣੇ ਉਚਾਰਨ ਨੂੰ ਸੁੱਚਾ ਕਰਦੇ ਹਾਂ, ਪਰਮਾਤਮਾ ਨਾਲ ਪਿਆਰ ਕਰਦੇ ਹਾਂ, ਗੁਰਬਾਣੀ ਨਾਲ ਪਿਆਰ ਕਰਦੇ ਹਾਂ, ਗੁਰਬਾਣੀ ਦਾ ਵਿਚਾਰ ਕਰਕੇ ਆਪਣੀ ਭਾਵਨਾ ਨੂੰ ਨਿਰਮਲ ਕਰ ਲੈਂਦੇ ਹਾਂ, ਉਦੋਂ ਸਾਡਾ ਜਿਹੜਾ ਰੂਹ ਦਾ ਜੋ ਪਿਛਲੇ ਜਨਮਾਂ ਦਾ ਲੇਖਾ ਹੁੰਦਾ ਹੈ, ਮੈਲ ਜਿਹੜੀ ਹੁੰਦੀ ਹੈ ਉਹ ਕੱਟੀ ਜਾਂਦੀ ਹੈ, ਸਾਡੀ ਰੂਹ ਜਿਹੜੀ ਹੈ ਨਿਰਮਲ ਹੋ ਜਾਂਦੀ ਹੈ। ਔਰ ਜਦੋਂ ਰੂਹ ਸਾਡੀ ਨਿਰਮਲ ਹੋ ਜਾਂਦੀ ਹੈ, ਉਦੋਂ ਪਰਮਪਿਤਾ ਪਰਮਾਤਮਾ ਜਿਹੜਾ ਹੈ ਕਿ ਆਪਣੀ ਉਪਸਥਿਤੀ ਜਿਹੜੀ ਹੈ ਉਹ ਸਾਡੇ 10ਵੇਂ ਦੁਆਰ ਦੇ ਵਿੱਚ ਉਪਸਥਿਤੀ ਨੂੰ ਜਨਾਉਣਾ ਸ਼ੁਰੂ ਕਰ ਦਿੰਦਾ ਹੈ। ਪਰਮਾਤਮਾ ਦੀ ਉਪਸਥਿਤੀ ਇਹ ਹੈ ਕਿ ਉਸ ਦਾ ਇੱਕ ਐਸੀ ਧੁਨ ਪੈਦਾ ਹੁੰਦੀ ਹੈ ਕਿ ਜਦੋਂ ਸਾਡਾ ਨਿਰਮਲ ਹਿਰਦਾ ਹੋ ਜਾਂਦਾ ਹੈ, ਉਸ ਦੇ ਵਿੱਚ ਕੋਈ ਪਾਪ ਨਹੀਂ ਰਹਿੰਦਾ, ਔਰ ਉਦੋਂ ਸਿਰਫ ਤੇ ਸਿਰਫ ਇਕੱਲਾ ਪਰਮਪਿਤਾ ਪਰਮਾਤਮਾ ਹੀ ਰਹਿੰਦਾ ਹੈ। ਉਦੋਂ ਉਸ ਦੀ ਅਨਹਦ ਧੁਨ ਜਿਹੜੀ ਹੈ, ਗੁੰਜਾਰ ਜਿਹੜੀ ਹੈ, ਜਿਹੜੀ ਕਿ ਸਾਰੀ ਸ੍ਰਿਸ਼ਟੀ ਦੇ ਵਿੱਚ ਵੀ ਪਰਮਪਿਤਾ ਪਰਮਾਤਮਾ ਦੇ ਨਾਮ ਦੀ ਗੂੰਜ ਜਿਹੜੀ ਹੈ ਉਹ ਚੱਲ ਰਹੀ ਹੈ, ਉਹ ਸਾਡੇ 10ਵੇਂ ਦੁਆਰ ਦੇ ਵਿੱਚ ਵੱਜਣੀ ਸ਼ੁਰੂ ਹੋ ਜਾਂਦੀ ਹੈ। ਉਸ ਦੇ ਸਦਕਾ ਗੁਰੂ ਸਾਹਿਬ ਕਹਿੰਦੇ ਆ ਵੀ ਸਾਨੂੰ ਗੁਣਾਂ ਦੀਆਂ ਪ੍ਰਾਪਤੀਆਂ ਹੁੰਦੀਆਂ। 4 ਪੌੜੀਆਂ ਸੁਣਿਆਂ ਦੀਆਂ ਜਿਹੜੀਆਂ ਕਿ ਪਹਿਲਾਂ ਵੀ ਅਸੀਂ ਪੜ੍ਹੀਆਂ, ਔਰ ਅੱਜ ਜਿਹੜੀ ਲਾਸਟ ਪੌੜੀ ਹੈ ਇਸ ਦੇ ਵਿੱਚ ਵੀ ਹੁਣ ਗੁਰੂ ਸਾਹਿਬ ਸਾਨੂੰ ਬਖਸ਼ਿਸ਼ ਕਰਦੇ ਹੈ ਕਿ ਸੁਣਿਆ ਸਰਾ ਗੁਣਾ ਕੇ ਗਾ, ਸੁਣਿਆ ਸੇਖ ਪੀਰ ਪਾਤਸ਼ਾਹ। ਇਹ ਅਨਹਦ ਧੁਨ ਸੁਣਿਆ ਸਾਰੇ ਗੁਣਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਭਾਵ ਸਾਰੇ ਗੁਣਾਂ ਦੀ ਗਾਹ ਦਾ ਮਤਲਬ ਹੁੰਦਾ ਕਿ ਪ੍ਰਾਪਤ ਕਰ ਲੈਣਾ, ਸਾਰੇ ਗੁਣਾਂ ਨੂੰ ਪ੍ਰਾਪਤ ਕਰ ਲੈਣਾ। ਇਹ ਇਸ ਅਨਹਦ ਧੁਨ ਦੀ, ਨਾਮ ਧੁਨ ਦੇ ਸੁਣਨ ਦੇ ਸਦਕਾ ਸਾਨੂੰ ਇਹ ਗੁਣਾਂ ਦੀ ਪ੍ਰਾਪਤੀ ਹੋ ਜਾਂਦੀ ਹੈ, ਕਿਉਂਕਿ ਸਾਰੇ ਗੁਣ ਪਰਮਾਤਮਾ ਦੇ ਹੈ। ਔਰ ਜਦੋਂ ਪਰਮਪਿਤਾ ਪਰਮਾਤਮਾ ਸਾਡੇ 10ਵੇਂ ਦੁਆਰ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ, ਉਦੋਂ ਇਹ ਗੁਣ ਵੀ ਉਸ ਦੇ ਜਿਹੜੇ ਪਰਮਪਿਤਾ ਪਰਮਾਤਮਾ ਦੇ ਗੁਣ ਹੈ ਜਿਹੜੇ ਉਹ ਸਾਨੂੰ ਪ੍ਰਾਪਤ ਹੋਣੇ ਸ਼ੁਰੂ ਹੋ ਜਾਂਦੇ ਹੈ। ਇਹ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਕਿ ਇਸ ਤਰ੍ਹਾਂ ਦੇ ਨਾਲ ਸੁਣਿਆ ਸੇਖ ਪੀਰ ਪਾਤਸ਼ਾਹ, ਜਿਨ੍ਹਾਂ ਨੇ ਸੁਣਿਆ ਉਹ ਸੇਖ ਦੀ ਪਦਵੀ ਨੂੰ ਪ੍ਰਾਪਤ ਕਰ ਗਏ, ਪੀਰ ਦੀ ਪਦਵੀ ਨੂੰ ਪ੍ਰਾਪਤ ਕਰ ਗਏ, ਔਰ ਪਾਤਸ਼ਾਹ ਦੀ ਪਦਵੀ ਨੂੰ ਪ੍ਰਾਪਤ ਕਰ ਗਏ। ਭਾਵ ਉਹ ਸ਼ੇਖ ਹੋ ਗਏ। ਸ਼ੇਖ ਦਾ ਮਤਲਬ ਹੁੰਦਾ ਹੈ ਕਿ ਆਪਣੇ ਧਰਮ ਦੇ ਵਿੱਚ ਬਿਲਕੁਲ ਸਚਿਆਰ ਹੋ ਜਾਣਾ, ਸੁੱਚਾ ਹੋ ਜਾਣਾ, ਨਿਰਮਲ ਹੋ ਜਾਣਾ, ਪਰਪੱਕ ਹੋ ਜਾਣਾ, ਔਰ ਪਰਮਾਤਮਾ ਨਾਲ ਮੇਲ ਹੋ ਜਾਣਾ। ਇਸੇ ਦਾ ਹੀ ਦੂਸਰਾ ਰੂਪ ਹੈ ਪੀਰ ਹੋ ਜਾਣਾ। ਭਾਵ ਪਰਮਾਤਮਾ ਨਾਲ ਮਿਲਨ ਕਰਕੇ ਪਰਮਾਤਮਾ ਦੀ ਪ੍ਰਾਪਤੀ ਕਰ ਲੈਣੀ। ਔਰ ਪਾਤਸ਼ਾਹ ਦਾ ਵੀ ਅਰਥ ਇਹੀ ਹੈ ਕਿ ਪਰਮਪਿਤਾ ਪਰਮਾਤਮਾ ਦੀ ਪ੍ਰਾਪਤ ਕਰਕੇ ਪਾਤਸ਼ਾਹ, ਦੁਨੀਆ ਦਾ ਪਾਤਸ਼ਾਹ ਤਾਂ ਹੁੰਦਾ ਹੀ ਹੁੰਦਾ, ਪਰ ਸੰਸਾਰ ਦਾ ਪਾਤਸ਼ਾਹ ਹੋ ਜਾਣਾ। ਭਾਵ ਸਾਰੀ ਪਾਵਰ ਜਿਹੜੀ ਹੈ ਉਹ ਪਰਮਾਤਮਾ ਵਾਲੀ ਉਸ ਗੁਰਮੁਖ ਪਿਆਰੇ ਨੂੰ, ਪਾਤਸ਼ਾਹ ਨੂੰ ਮਿਲ ਜਾਵੇ, ਜਿਸ ਨੂੰ ਅਸੀਂ ਸੱਚੇ ਪਾਤਸ਼ਾਹ ਕਹਿੰਦੇ ਹਾਂ, ਸਤਿਗੁਰੂ ਵੀ ਕਹਿੰਦੇ ਹਾਂ। ਇਹ ਉਦੋਂ ਹੀ ਹੁੰਦਾ ਜਦੋਂ ਸਾਡੇ ਅੰਤਰ 10ਵੇਂ ਦੁਆਰ ਦੇ ਵਿੱਚ ਸਾਨੂੰ ਅਣਹਦ ਧੁਨ ਸੁਣਾਈ ਦੇਣੀ ਸ਼ੁਰੂ ਕਰਦੀ ਹੈ। ਉਸ ਤੋਂ ਬਾਅਦ ਪਰਮਪਿਤਾ ਪਰਮਾਤਮਾ ਦੀ ਪ੍ਰਾਪਤੀ ਸਾਨੂੰ ਹੋ ਜਾਂਦੀ ਹੈ, ਔਰ ਉਸ ਤੋਂ ਬਾਅਦ ਸਾਡੇ ਅੰਦਰ ਜਿਹੜਾ ਹੈ ਉਹ ਗੁਣਾਂ ਦੀ ਗਠੜੀ ਜਿਹੜੀ ਹੈ, ਗੁਣਾਂ ਦੇ ਜਿਹੜੇ ਪ੍ਰਭਾਵ ਹੈ, ਗੁਣਾਂ ਦਾ ਅਸਰ ਜਿਹੜਾ ਹੈ, ਹਰ ਇੱਕ ਗੁਣ ਦਾ ਹੀ ਇੰਨੇ ਗੁਣ ਪ੍ਰਾਪਤ ਹੋ ਜਾਂਦੇ ਆ ਕਿ ਗੁਣਾਂ ਦੀ ਖਾਨ ਬਣ ਜਾਂਦਾ ਉਹ ਬੰਦਾ। ਸੁਣਿਆ ਅੰਦੇ ਪਾਵੈ ਰਾਮ, ਸੁਣਿਆ ਹਾਥ ਹੋਵੇ ਅਸਗਾ। ਗੁਰੂ ਸਾਹਿਬ ਸਾਨੂੰ ਬਖਸ਼ਿਸ਼ ਕਰਦੀ ਹੈ ਕਿ ਇਸ ਧੁਨ ਦੇ ਸੁਣਿਆ ਜਿਹੜੇ ਲੋਕ ਗਿਆਨ ਦੇ ਵਿੱਚ ਅੰਧੇ ਹੈ, ਗਿਆਨ ਨਹੀਂ ਹੈ, ਪਰਮਾਤਮਾ ਦਾ ਕੋਈ ਗਿਆਨ ਨਹੀਂ ਹੈ, ਪਰਮਾਤਮਾ ਦੇ ਰਸਤੇ ਦਾ ਕੋਈ ਗਿਆਨ ਨਹੀਂ ਹੈ, ਤੇ ਗੁਰੂ ਸਾਹਿਬ ਕਹਿੰਦੇ ਆ ਵੀ ਉਹ ਅੰਧੇ ਲੋਕ, ਅਗਿਆਨੀ ਲੋਕ ਜਿਹੜੇ ਹੈ ਉਹ ਸੱਚ ਦਾ ਰਾਹ ਪਛਾਣ ਲੈਂਦੇ ਆ, ਸੱਚ ਦਾ ਰਾਹ ਪ੍ਰਾਪਤ ਕਰ ਲੈਂਦੇ ਆ। ਉਹਨਾਂ ਨੂੰ ਪਰਮਾਤਮਾ ਦੀ ਕਿਰਪਾ ਨਾਲ ਪਰਮਾਤਮਾ ਦੇ ਦਰਸ਼ਦਾਰੇ ਹੋਣੇ ਸ਼ੁਰੂ ਹੋ ਜਾਂਦੇ ਆ, ਔਰ ਉਹ ਪਰਮਪਿਤਾ ਪਰਮਾਤਮਾ ਨਾਲ ਮਿਲਣ ਕਰ ਲੈਂਦੇ ਆ। ਸੁਣਿਆ ਹਾਥ ਹੋਵੇ ਅਸਗਾ, ਸੁਣਿਆ ਇਹ ਧੁਨ ਨੂੰ ਸੁਣਿਆ। ਗੁਰੂ ਸਾਹਿਬ ਕਹਿੰਦੇ ਵੀ ਗਹਿਰਾਈ ਦੇ ਵਿੱਚ ਅਸਗਾਹ, ਜਿਹੜੀਆਂ ਗਹਿਰਾਈ ਵਾਲੀਆਂ ਵਸਤੂਆਂ ਹੈ, ਜਿਹੜੀਆਂ ਗਹਿਰਾਈ ਵਾਲੀਆਂ ਚੀਜ਼ਾਂ ਹੈ, ਜਾਂ ਗਹਿਰਾਈ ਗਿਆਨ ਦੀ ਹੈ, ਜਾਂ ਗਹਿਰਾਈ ਕਰਮ ਦੀ ਹੈ, ਜਾਂ ਗਹਿਰਾਈ ਧਿਆਨ ਦੀ ਹੈ,
ਉਹ ਗੁਰੂ ਸਾਹਿਬ ਕਹਿੰਦੇ ਆ ਵੀ ਉਹਨਾਂ ਦੇ ਉੱਤੇ ਉਸ ਸੁਣਨ ਵਾਲੇ ਦਾ ਹੱਥ ਪ੍ਰਾਪਤ ਹੋ ਜਾਂਦਾ ਹੈ। ਮਤਲਬ ਉਹਦੇ ਹੱਥ ਦੇ ਵਿੱਚ ਉਹ ਗਹਿਰਾਈ ਪ੍ਰਾਪਤ ਹੋ ਜਾਂਦੀ ਹੈ, ਗਹਿਰਾਈ ਨੂੰ ਉਹ ਹੱਥ ਪਾ ਲੈਂਦਾ ਹੈ। ਸੁਣਿਆ ਹਾਥ ਹੋਵੇ ਅਸਗਾ, ਨਾਨਕ ਭਗਤਾ ਸਦਾ ਵਿਗਾਸ। ਸੁਣਿਐ ਦੁਖ ਪਾਪ ਕਾ ਨਾਸ। ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਹੁਣ ਇਹ ਗੱਲ ਕਰਦੇ ਆ ਕਿ ਨਾਨਕ ਭਗਤਾਂ ਦੇ ਮਨ ਦੇ ਵਿੱਚ ਸਦਾ ਵਿਗਾਸ, ਵਿਗਾਸ ਮਤਲਬ ਖੇੜਾ, ਖੁਸ਼ੀ, ਆਨੰਦ, ਉਹਨਾਂ ਦਾ ਹਿਰਦੇ ਦਾ ਕਮਲ ਜਿਹੜਾ ਕਿ ਉਹ ਖਿੜਿਆ ਰਹਿੰਦਾ ਹੈ ਔਰ ਉਹ ਪਰਮਪਿਤਾ ਪਰਮਾਤਮਾ ਦੇ ਨਾਲ ਜੁੜ ਕੇ ਸੁਣਿਆ, ਅਣਹਦ ਧੁਨ ਨੂੰ ਸੁਣਿਆ, ਉਹਨਾਂ ਦੇ ਸਾਰੇ ਦੁੱਖਾਂ, ਪਾਪਾਂ, ਕਲੇਸ਼ਾਂ, ਰੋਗਾਂ, ਕਸ਼ਟਾਂ ਦਾ ਔਰ ਐਸੀਆਂ ਔਕੜਾਂ ਦਾ, ਮੁਸ਼ਕਲਾਂ ਦਾ ਹੱਲ ਹੋ ਜਾਂਦਾ ਹੈ ਜਦੋਂ ਉਹ ਪਰਮਪਿਤਾ ਪਰਮਾਤਮਾ ਦੀ ਇਸ ਧੁਨ ਨੂੰ ਸੁਣਦੇ ਹੈ। ਹੁਣ ਅੱਗੇ ਗੁਰੂ ਸਾਹਿਬ ਕੀ ਬਖਸ਼ਿਸ਼ ਕਰਦੇ ਅਗਲੀ ਪੌੜੀ ਦੇ ਵਿੱਚ। ਸਤਿਗੁਰੂ ਬਖਸ਼ਿਸ਼ ਕਰਦੇ ਆ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੇ ਪਛਤਾਏ। ਕਾਗਦ ਕਲਮ ਨ ਲਿਖਣ ਹਾਰ, ਮੰਨੇ ਕਾਬੈ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਉਹ ਸਾਧ ਸੰਗਤ ਜੀ, ਸੁਣਿਆ ਤੋਂ ਬਾਅਦ ਹੁਣ ਗੁਰੂ ਸਾਹਿਬ ਕਹਿੰਦੇ ਐ ਇਹ ਮੰਨੇ ਦੀ ਪੌੜੀ ਮਤਲਬ ਜਿਹੜੀ ਉਹਨਾਂ ਨੂੰ ਸਾਨੂੰ ਸਮਝਾਉਣ ਵਾਸਤੇ ਲਗਾਈ ਹੈ ਔਰ ਮੰਨੇ ਦਾ ਵਿਚਾਰ ਕੀਤਾ ਗੁਰੂ ਸਾਹਿਬ ਨੇ। ਕਹਿੰਦੇ ਵੀ ਮੰਨਿਆ ਜਿਸ ਨੇ ਇਸ ਧੁਨ ਨੂੰ ਸੁਣ ਕੇ ਉਸ ਪਰਮਪਿਤਾ ਪਰਮਾਤਮਾ ਨੂੰ ਮੰਨ ਲਿਆ, ਪਰਮਪਿਤਾ ਪਰਮਾਤਮਾ ਦੇ ਨਾਦ ਸ਼ਬਦ ਨੂੰ ਮੰਨ ਲਿਆ, ਪਰਮਪਿਤਾ ਪਰਮਾਤਮਾ ਦੀ ਪ੍ਰਤੀਤ ਕਰ ਲਈ, ਪਰਮਪਿਤਾ ਪਰਮਾਤਮਾ ਦੇ ਨਾਲ ਪਿਆਰ ਕਰ ਲਿਆ ਔਰ ਗੁਰਬਾਣੀ ਨੂੰ ਮੰਨਦੇ ਹੋਏ ਗੁਰਬਾਣੀ ਨਾਲ ਪਿਆਰ ਕਰ ਲਿਆ, ਗੁਰਬਾਣੀ ਦਾ ਵਿਚਾਰ ਕਰਕੇ ਆਪਣੇ ਹਿਰਦੇ ਦੇ ਵਿੱਚ ਵਸਾ ਲਿਆ, ਮੰਨ ਲੈਣਾ। ਤੇ ਗੁਰੂ ਸਾਹਿਬ ਕਹਿੰਦੇ ਆ ਵੀ ਉਹਦੀ ਗਤ ਜਿਹੜੀ ਹੈ, ਉਹਦੀ ਗਤੀ ਜਿਹੜੀ ਹੈ, ਭਾਵ ਉਸ ਦੀ ਜੇ ਅਸੀਂ ਕਹਿ ਦਈਏ ਤੇ ਗਤੀ ਦਾ ਮਤਲਬ ਹੁੰਦਾ ਹੈ ਕਿ ਕਰਨਸ਼ੀਲਤਾ, ਕਰਮਸ਼ੀਲਤਾ। ਉਸ ਦੀ ਗਤ ਗੁਰੂ ਸਾਹਿਬ ਕਹਿੰਦੇ ਵੀ ਕਹੀ ਨਹੀਂ ਜਾਂਦੀ। ਮਤਲਬ ਉਸ ਦਾ ਜੇ ਅਸੀਂ ਵਿਵਰਨ ਕਰੀਏ, ਉਸ ਦੀ ਅਸੀਂ ਵਿਚਾਰ ਕਰੀਏ ਕਿ ਉਸ ਦੇ ਕੋਲ ਕਿੰਨੀਆਂ ਸ਼ਕਤੀਆਂ ਪ੍ਰਾਪਤ ਹੋ ਗਈਆਂ, ਕਿੰਨਾ ਕੁ ਉਸ ਦੇ ਕੋਲੇ ਪਰਮਾਤਮਾ ਦੀ ਕਿਰਪਾ ਨਾਲ ਜੋ ਹੈ ਗੁਣਾਂ ਦਾ ਭੰਡਾਰਾ ਪ੍ਰਾਪਤ ਹੋ ਗਿਆ ਹੈ। ਇਹ ਗੁਰੂ ਸਾਹਿਬ ਕਹਿੰਦੇ ਵੀ ਜਿਸ ਨੇ ਮੰਨ ਲਿਆ ਹੀ ਜਿਹੜਾ ਹੈ, ਮੰਨਣਾ ਹੀ ਪਰਮਪਿਤਾ ਪਰਮਾਤਮਾ ਦੀ ਪ੍ਰਾਪਤੀ ਹੈ। ਤੇ ਜਿਸ ਨੇ ਮੰਨ ਲਿਆ ਕਹਿੰਦੇ ਵੀ ਉਸ ਦੀ ਗਤ ਕਹੀ ਨਹੀਂ ਜਾਂਦੀ, ਉਸ ਦਾ ਵਿਚਾਰ ਕੀਤਾ ਨਹੀਂ ਜਾ ਸਕਦਾਗਾ। ਉਹਦੇ ਕੋਲੇ ਇੰਨੇ ਗੁਣਾਂ ਦੀ ਪ੍ਰਾਪਤੀ ਹੋ ਜਾਂਦੀ ਹੈ, ਇੰਨੇ ਭੰਡਾਰਿਆਂ ਦੀ ਪ੍ਰਾਪਤੀ ਹੋ ਜਾਂਦੀ ਹੈ ਕਿ ਉਹ ਗੁਣਾਂ ਦੀ ਖਾਣ ਹੋ ਜਾਂਦਾ ਹੈ। ਜੇ ਕੋ ਕਹੈ ਪਿਛੇ ਪਛਤਾਏ। ਤੇ ਜੇ ਇਸ ਬੰਦੇ ਦੀ ਜਿਸ ਨੇ ਮੰਨ ਲਿਆ ਉਸ ਦੀ ਕੋਈ ਗੱਲ ਨੂੰ ਕਹਿਣਾ ਚਾਹਵੇ, ਉਸ ਦਾ ਵਿਚਾਰ ਕਰਨਾ ਚਾਹਵੇ, ਉਸ ਦੇ ਬਾਰੇ ਉਹ ਕੋਈ ਲੇਖਾ ਜੋਖਾ ਕਰਨਾ ਚਾਹਵੇ ਤੇ ਗੁਰੂ ਸਾਹਿਬ ਕਹਿੰਦੇ ਆ ਕੋਈ ਕੁਝ ਨਹੀਂ ਕਹਿ ਸਕਦਾ, ਕਿਉਂਕਿ ਉਸ ਦੇ ਕੋਲ ਇੰਨੇ ਅਕੂਤ ਭੰਡਾਰੇ ਹੋ ਜਾਂਦੇ ਆ, ਇੰਨੇ ਅਖੁੱਟ ਭੰਡਾਰੇ ਹੋ ਜਾਂਦੇ ਆ ਕਿ ਉਹਨਾਂ ਦਾ ਕੋਈ ਵੀ ਗਿਣਨਾ ਨਹੀਂ ਹੈ, ਉਸ ਦੀ ਕੋਈ ਵੀ ਗਣਤ ਨਹੀਂ ਹੈ, ਗਿਣਤੀ ਨਹੀਂ ਹੈ, ਵਿਚਾਰ ਨਹੀਂ ਹੈ। ਉਹ ਬੇਅੰਤ ਹੈ, ਅਨੰਤ ਹੈ। ਇੰਨੇ ਭੰਡਾਰੇ ਉਸ ਦੇ ਕੋਲ ਪ੍ਰਾਪਤ ਹੋ ਜਾਂਦੇ ਆ। ਤੇ ਜੇ ਗੁਰੂ ਸਾਹਿਬ ਕਹਿੰਦੇ ਆ ਵੀ ਜੇ ਕੋਈ ਕਹਿਣਾ ਚਾਹਵੇ ਤੇ ਕਹੇ, ਤੇ ਕਹਿੰਦੇ ਆ ਵੀ ਉਹ ਕਹਿ ਨਹੀਂ ਸਕਦਾ, ਫਿਰ ਇਸ ਕਰਕੇ ਉਹ ਪਿੱਛੇ ਪਛਤਾਉਂਦਾ ਹੈ। ਉਸ ਤੋਂ ਬਾਅਦ ਇਹ ਪਛਤਾਉਂਦਾ ਹੈ ਕਿ ਮੈਂ ਇਹ ਵਿਚਾਰ ਕਰਿਆ, ਕਿਉਂ ਕਿਹਾ। ਹਾਂ, ਪਰਮਪਿਤਾ ਪਰਮਾਤਮਾ ਦੀ ਕਿਰਪਾ ਨਾਲ ਜੇ ਕੋਈ ਗੁਰਮੁਖ ਪਿਆਰਿਆਂ ਦੀ ਕਿਰਪਾ ਹੋ ਜਾਵੇ, ਗੁਰਮੁਖ ਪਿਆਰਿਆਂ ਤੇ ਪਰਮਾਤਮਾ ਦੀ ਕਿਰਪਾ ਹੋ ਜਾਵੇ ਤੇ ਉਹ ਵਿਚਾਰ ਜਿੰਨਾ ਕੁ ਪਰਮਾਤਮਾ ਉਹਨਾਂ ਨੂੰ ਸਮਝਾਵੇ ਉਹਨਾਂ ਕੋ ਦੱਸ ਸਕਦੇ ਆ। ਕਹਿੰਦੇ ਵੀ ਗੁਰੂ ਸਾਹਿਬ ਕਹਿੰਦੇ ਆ ਵੀ ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬੈ ਕਰਨ ਵਿਚਾਰ। ਕਹਿੰਦੇ ਵੀ ਕਾਗਜ਼ ਲੈ ਲਈਏ ਤੇ ਕਲਮ ਲੈ ਲਈਏ ਤੇ ਜੇ ਅਸੀਂ ਕਹੀਏ ਵੀ ਇਸ ਦੇ ਜੋ ਗੁਣ ਹੈ, ਇਸ ਦੀ ਜੋ ਗਤੀ ਹੈ, ਇਸ ਦੀ ਜੋ ਗੁਣਾਂ ਦੀ ਭੰਡਾਰਾਂ ਦੀ ਪ੍ਰਾਪਤੀ ਹੈ, ਉਸ ਨੂੰ ਅਸੀਂ ਲਿਖ ਲਈਏ, ਕਾਗਜ਼ ਦੇ ਉੱਤੇ ਲਿਖ ਦਈਏ, ਕਲਮ ਦੇ ਉੱਤੇ ਵਿਚਾਰ ਕਰ ਲਈਏ, ਤੇ ਕਹਿੰਦੇ ਗੁਰੂ ਸਾਹਿਬ ਕਹਿੰਦੇ ਆ ਵੀ ਲੇਖਣਹਾਰ ਕਾਗਜ਼ ਕਲਮ ਵੀ ਲਿਖ ਨਹੀਂ ਸਕਦਾ।
ਕਾਗਜ਼ ਕਲਮਾਂ ਦੇ ਉੱਤੇ ਇਹ ਲਿਖਿਆ ਨਹੀਂ ਜਾ ਸਕਦਾ ਕਿ ਜਿਸ ਨੇ ਮੰਨ ਲਿਆ ਉਸ ਦੀ ਗਤੀ ਨੂੰ, ਉਸ ਦੇ ਪ੍ਰਭਾਵ ਨੂੰ, ਉਸ ਦੀ ਸ਼ਕਤੀ ਪ੍ਰਾਪਤੀ ਨੂੰ। ਗੁਰੂ ਸਾਹਿਬ ਕਹਿੰਦੇ ਆ ਮੰਨੇ ਕਾਬੈ ਕਰਨ ਵਿਚਾਰ। ਜੇ ਕੋਈ ਮੰਨੇ ਪ੍ਰਮਾਤਮਾ ਨੂੰ ਮੰਨਣ ਵਾਲੇ ਗੁਰਮੁਖ ਪਿਆਰੇ ਦਾ ਜੇ ਕੋਈ ਵਿਚਾਰ ਕਰੇ, ਬੈਠ ਕੇ ਵਿਚਾਰ ਕਰੇ ਕਿ ਅਸੀਂ ਇਸ ਨੂੰ ਲਿਖ ਲਈਏ ਕਾਗਜ਼ ਦੇ ਉੱਤੇ, ਤੇ ਇਹ ਵਿਚਾਰ ਕਹਿੰਦੇ ਗੁਰੂ ਸਾਹਿਬ ਕਹਿੰਦੇ ਵੀ ਨਹੀਂ ਕਰ ਸਕਦਾ। ਕਹਿੰਦੇ ਕਿਵੇਂ? ਫਿਰ ਗੁਰੂ ਸਾਹਿਬ ਕਹਿੰਦੇ ਵੀ ਇਹ ਨਾਮ ਜਿਹੜਾ ਐਸਾ ਹੈ ਨਾ, ਇਹ ਨਾਮ ਅਨਹਦ ਧੁਨ ਜਿਹੜੀ ਹੈ, ਨਾਮ ਅੰਮ੍ਰਿਤ ਨਾਮ, ਨਾਮ ਧੁਨ, ਨਾਮ ਸ਼ਬਦ ਜਿਸ ਨੂੰ ਅਸੀਂ ਕਹਿੰਦੇ ਆ, ਇਹ ਨਾਮ ਐਸਾ ਹੈ ਕਿ ਇਹ ਨਾਮ ਜਿਸ ਹਿਰਦੇ ਦੇ ਵਿੱਚ ਵਸ ਜਾਂਦਾ ਹੈ ਉਸ ਦਾ ਸਰੂਪ ਜਿਹੜਾ ਹੈ, ਉਸ ਦੀ ਰੂਹ ਜਿਹੜੀ ਹੈ ਉਹ ਪਰਮਾਤਮਾ ਦਾ ਸਰੂਪ ਹੋ ਜਾਂਦੀ ਹੈ। ਨਿਰਅੰਜਨ ਭਾਵ ਕਾਲਖ ਤੋਂ ਰਹਿਤ ਹੋ ਜਾਂਦੀ ਹੈ। ਅੰਜਨ ਕਹਿੰਦੇ ਆ ਸੁਰਮੇ ਨੂੰ, ਤੇ ਸੁਰਮਾ ਕਿਉਂਕਿ ਕਾਲਾ ਹੁੰਦਾ ਹੈ, ਇਸ ਕਰਕੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਵੀ ਉਹ ਕਾਲਖ ਤੋਂ ਰਹਿਤ ਹੋ ਜਾਂਦੀ ਹੈ ਰੂਹ। ਇਹ ਰੂਹ ਪਰਮਾਤਮਾ ਹੀ ਕਾਲਖ ਤੋਂ ਰਹਿਤ ਹੈ। ਤੇ ਫਿਰ ਜਦੋਂ ਉਸ ਦਾ ਨਾਮ ਸਿਮਰਨ ਕਰਦੀ ਹੋਈ ਕੋਈ ਰੂਹ ਜਿਹੜੀ ਹੈ, ਕੋਈ ਆਤਮਾ ਜਿਹੜੀ ਹੈ, ਉਹ ਨਾਮ ਸਿਮਰਨ ਕਰਦੇ ਹੋਏ ਸ਼ਬਦ ਨੂੰ ਵਿਚਾਰ ਕਰਕੇ ਧੁਨ ਦੀ ਪ੍ਰਾਪਤੀ ਕਰਦੀ ਹੈ, ਪਰਮਾਤਮਾ ਦੀ ਪ੍ਰਾਪਤੀ ਕਰਦੀ ਹੈ, ਤੇ ਉਦੋਂ ਇਹ ਨਾਮ ਜਿਹੜਾ ਹੈ ਇਹ ਨਿਰੰਜਨ ਦਾ ਸਰੂਪ ਬਣ ਜਾਂਦੀ ਹੈ ਰੂਹ, ਨਾਮ ਧਾਰਨ ਕਰਕੇ। ਹੁਣ ਅੱਗੇ ਗੁਰੂ ਸਾਹਿਬ ਕਹਿੰਦੇ ਆ ਜੇ ਕੋ ਮਨ ਜਾਣਾ ਮਨ ਕੋਈ। ਪਰ ਇੱਕ ਗੱਲ ਹੈ ਕਿ ਜੇ ਕੋਈ ਇਸ ਤਰ੍ਹਾਂ ਦੇ ਨਾਲ ਨਾਮ ਸ਼ਬਦ ਨੂੰ ਸੁਣ ਕੇ ਮੰਨ ਲਵੇ, ਪਰਮਾਤਮਾ ਨੂੰ ਮੰਨ ਲਵੇ, ਪਰਮਾਤਮਾ ਦੀ ਪ੍ਰਤੀਤ ਕਰ ਲਵੇ, ਪਰਮਾਤਮਾ ਤੇ ਵਿਸ਼ਵਾਸ ਕਰ ਲਵੇ, ਦ੍ਰਿੜ ਭਰੋਸਾ ਕਰ ਲਵੇ, ਔਰ ਆਪਣੇ ਆਪ ਨੂੰ ਪਰਮਾਤਮਾ ਦੀ ਸ਼ਰਨਾਗਤ ਕਰਕੇ ਪਰਮਾਤਮਾ ਤੇ ਹੀ ਡਿਪੈਂਡ ਹੋ ਜਾਵੇ। ਗੁਰੂ ਸਾਹਿਬ ਕਹਿੰਦੇ ਵੀ ਐਸਾ ਮਨ ਜਿਹੜਾ ਹੈ ਨਾ, ਐਸੀ ਰੂਹ ਜਿਹੜੀ ਹੈ ਉਹ ਕੋਈ ਹੈ। ਹਰ ਬੰਦਾ ਹਰ ਬੰਦੇ ਦੇ ਇਹ ਵਸ ਨਹੀਂ ਹੈ। ਹਰ ਬੰਦਾ ਇਹ ਪ੍ਰਾਪਤੀ ਨਹੀਂ ਕਰ ਸਕਦਾ। ਫਿਰ ਗੁਰੂ ਸਾਹਿਬ ਅੱਗੇ ਬਖਸ਼ਿਸ਼ ਕਰਦੇ ਆ ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਪਵਨ ਕੀ ਸੁਧ, ਮੰਨੈ ਮੂੰਹ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਹੁਣ ਅਗਲੀ ਪੌੜੀ ਦੇ ਵਿੱਚ ਮੰਨੇ ਦੀ ਅਗਲੀ ਪੌੜੀ ਜੋ ਹੈ, ਗੁਰੂ ਸਾਹਿਬ ਕਹਿੰਦੇ ਆ ਕਿ ਮੰਨੈ ਸੁਰਤ ਹੋਵੇ ਮਨ ਬੁੱਧ। ਜਿਹੜੀਆਂ ਰੂਹਾਂ ਗੁਰਮੁਖ ਰੂਹਾਂ ਇਸ ਤਰ੍ਹਾਂ ਦੇ ਨਾਲ ਪਰਮਾਤਮਾ ਦੇ ਨਾਮ ਸ਼ਬਦ ਨੂੰ ਮੰਨ ਲੈਂਦੀਆਂ, ਧੁਨ ਸ਼ਬਦ ਨੂੰ ਮੰਨ ਲੈਂਦੀਆਂ, ਪਰਮਾਤਮਾ ਦੇ ਚਰਨਾਂ ਦੇ ਵਿੱਚ ਸ਼ਰਨਾਗਤ ਹੋ ਕੇ ਪਰਮਾਤਮਾ ਦੀ ਪ੍ਰਤੀਤ ਕਰ ਲੈਂਦੀਆਂ, ਪਰਮਾਤਮਾ ਨਾਲ ਪਿਆਰ ਕਰ ਲੈਂਦੀਆਂ ਔਰ ਪਰਮਾਤਮਾ ਨੂੰ ਹੀ ਸਮਰਪਿਤ ਹੋ ਜਾਂਦੀਆਂ। ਗੁਰੂ ਸਾਹਿਬ ਕਹਿੰਦੇ ਆ ਉਹਨਾਂ ਦੇ ਉੱਤੇ ਗੁਰੂ ਦੀ ਕਿਰਪਾ ਹੁੰਦੀ ਹੈ। ਉਹਨਾਂ ਦੀ ਸੁਰਤ ਜਿਹੜੀ ਹੈ ਮੰਨਣ ਦੇ ਨਾਲ ਸੁਰਤ ਹੋਵੇ, ਸਾਡੀ ਸੁਰਤ ਜਿਹੜੀ ਹੈ ਪਰਮਾਤਮਾ ਦੇ ਨਾਲ ਜੁੜ ਜਾਂਦੀ ਹੈ, ਔਰ ਮਨ ਜਿਹੜਾ ਹੈ ਪਰਮਾਤਮਾ ਦੇ ਨਾਲ ਜੁੜ ਜਾਂਦਾ, ਔਰ ਬੁੱਧ ਜਿਹੜੀ ਹੈ ਸਾਡੀ ਉਹ ਪਰਮਾਤਮਾ ਦੇ ਨਾਲ ਜੁੜ ਕੇ ਪਰਮਾਤਮਾ ਦੇ ਗਿਆਨ ਦੀ ਪ੍ਰਾਪਤੀ ਕਰਨੀ ਸ਼ੁਰੂ ਕਰ ਦਿੰਦੀ ਹੈ, ਔਰ ਪਰਮਾਤਮਾ ਦੀ ਸਮਝ ਨੂੰ ਪ੍ਰਾਪਤ ਕਰ ਲੈਂਦੀ ਹੈ। ਪਰਮਾਤਮਾ ਨੂੰ ਵੇਖਣਾ ਭਾਵ ਸਮਝਣਾ, ਜਾਣਨਾ, ਵੇਖਣਾ, ਇਸ ਤਰ੍ਹਾਂ ਦੇ ਨਾਲ ਇਹ ਮੰਨੇ ਦੇ ਨਾਲ ਸੁਰਤ ਸਾਡੀ ਜਿਹੜੀ ਹੈ, ਉਹ ਮਨ ਜਿਹੜਾ ਸਾਡਾ ਹੈ, ਜਿਹੜੀ ਬੁੱਧ ਜਿਹੜੀ ਸਾਡੀ ਹੈ, ਉਹ ਪਰਮਪਿਤਾ ਪਰਮਾਤਮਾ ਨੂੰ ਵੇਖ ਲੈਂਦੀ ਹੈ। ਮੰਨੈ ਸਗਲ ਪਵਨ ਕੀ ਸੁਧ, ਜਿਨ੍ਹਾਂ ਨੇ ਇਸ ਤਰ੍ਹਾਂ ਦੇ ਨਾਲ ਉਸ ਪਰਮਪਿਤਾ ਪਰਮਾਤਮਾ ਦੇ ਨਾਮ ਸ਼ਬਦ ਨੂੰ ਮੰਨਿਆ, ਪਰਮਾਤਮਾ ਨੂੰ ਮੰਨਿਆ, ਤੇ ਗੁਰੂ ਸਾਹਿਬ ਕਹਿੰਦੇ ਆ ਉਹਨਾਂ ਨੂੰ ਐਸੇ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ ਕਿ ਸਾਰੇ ਭਵਨ, ਤਿੰਨ ਭਵਨ ਇਸ ਸੰਸਾਰ ਦੇ ਵਿੱਚ ਗਿਣੇ ਜਾਂਦੇ ਹੈ, ਮਾਤ ਲੋਕ, ਪਾਤਾਲ ਲੋਕ, ਆਕਾਸ਼ ਲੋਕ। ਤਿੰਨਾਂ ਭਵਨਾਂ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਆ ਵੀ ਉਸ ਰੂਹ ਨੂੰ ਐਸਾ ਗਿਆਨ ਹੋ ਜਾਂਦਾ ਹੈ ਕਿ ਉਸ ਨੂੰ ਸਾਰੇ ਲੋਕਾਂ ਦੀ, ਤਿੰਨਾਂ ਲੋਕਾਂ ਦੀ, ਤਿੰਨ ਭਵਨਾਂ ਦੀ ਸੁਧੀ ਪ੍ਰਾਪਤ ਹੋ ਜਾਂਦੀ ਹੈ। ਭਾਵ ਉਹ ਤਿੰਨ ਭਵਨਾਂ ਦੇ ਵਿੱਚ ਵੀ ਜੋ ਕੁਝ ਹੋ ਰਿਹਾ ਉਸ ਨੂੰ ਉਸ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਆ ਮੰਨੇ ਮੂੰਹ ਚੋਟਾ ਨਾ ਖਾਏ,
ਤੇ ਮੰਨਿਆ ਜਿਸ ਨੇ ਪ੍ਰਮਾਤਮਾ ਦੇ ਇਸ ਤਰ੍ਹਾਂ ਨਾਮ ਧੁਨ ਨੂੰ ਮੰਨ ਲਿਆ, ਪ੍ਰਮਾਤਮਾ ਨੂੰ ਮੰਨ ਲਿਆ, ਕਹਿੰਦੇ ਵੀ ਉਹ ਮੂੰਹ ਦੇ ਉੱਤੇ ਜਮਾਂ ਦੀਆਂ ਚੋਟਾਂ ਨਹੀਂ ਖਾਂਦਾ। ਮੂੰਹ ਦੇ ਉੱਤੇ ਮਤਲਬ ਉਸ ਨੂੰ ਸੰਸਾਰ ਦੇ ਵਿੱਚ ਵੀ ਕੋਈ ਤਕਲੀਫ ਨਹੀਂ ਹੁੰਦੀ, ਸੰਸਾਰ ਦੇ ਵਿੱਚ ਤਾਂ ਹੁੰਦੀ ਨਹੀਂ, ਉਹ ਜਮਾਂ ਦੇ ਰਸਤੇ ਵੀ ਨਹੀਂ ਜਾਂਦਾ। ਮੰਨੇ ਮੂੰਹ ਚੋਟਾਂ, ਮੰਨੇ ਜਿਹੜੇ ਮੰਨਣ ਵਾਲੇ ਹੈ ਉਹਨਾਂ ਦੇ ਮੂੰਹ ਦੇ ਉੱਤੇ ਜਮਾਂ ਦੀਆਂ ਚੋਟਾਂ ਨਹੀਂ ਪੈਂਦੀਆਂ ਗੀਆਂ, ਮਾਰ ਨਹੀਂ ਪੈਂਦੀ ਗੀ। ਮੰਨੈ ਜਮ ਕੈ ਸਾਥ ਨਾ ਜਾਏ, ਮੰਨਣ ਵਾਲੇ ਜਿਹੜੇ ਆ ਉਹ ਜਮ ਦੇ ਨਾਲ ਨਹੀਂ ਜਾਂਦੇ, ਜਮ ਉਹਨਾਂ ਤੋਂ ਸਗੋਂ ਡਰਦਾ ਰਹਿੰਦਾ ਹੈ, ਜਮ ਉਹਨਾਂ ਦੇ ਨੇੜੇ ਹੀ ਨਹੀਂ ਆਉਂਦਾ। ਧਰਮਰਾਜ ਵੀ ਉਹਨਾਂ ਦੇ ਨੇੜੇ ਨਹੀਂ ਆਉਂਦਾ, ਧਰਮਰਾਜ ਉਹਨਾਂ ਨੂੰ ਨਮਸਕਾਰਾਂ ਕਰਦਾ ਹੈ। ਇਹ ਗੁਰੂ ਦੀ ਕਿਰਪਾ ਹੈ, ਇਹ ਪਰਮਾਤਮਾ ਦੀ ਕਿਰਪਾ ਹੈ ਕਿ ਜਿਸ ਬੰਦੇ ਨੂੰ ਪਰਮਪਿਤਾ ਪਰਮਾਤਮਾ ਅਨਹਦ ਧੁਨ ਵਜਦਿਆਂ, ਨਾਮ ਧੁਨ ਵਜਦਿਆਂ ਸੁਣ ਕੇ ਮੰਨ ਲਈ ਤੇ ਗੁਰੂ ਸਾਹਿਬ ਕਹਿੰਦੇ ਆ ਵੀ ਉਸ ਨੂੰ ਪਰਮਪਿਤਾ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਤੇ ਉਸ ਦੇ ਫਿਰ ਜਮ ਨੇੜੇ ਨਹੀਂ ਆਉਂਦਾ, ਧਰਮਰਾਜ ਵੀ ਨੇੜੇ ਨਹੀਂ ਆਉਂਦਾ, ਉਸ ਦਾ ਲੇਖਾ ਜਿਹੜਾ ਹੈ ਕੋਈ ਨਹੀਂ ਹੁੰਦਾ, ਉਹ ਸਿੱਧਾ ਪਰਮਪਿਤਾ ਪਰਮਾਤਮਾ ਦੇ ਨਾਲ ਜੁੜ ਜਾਂਦਾ ਹੈ। ਐਸਾ ਨਾਮ ਨਿਰੰਜਨ ਹੋਏ, ਗੁਰੂ ਸਾਹਿਬ ਕਹਿੰਦੇ ਆ ਵੀ ਐਸਾ ਨਾਮ ਜਿਹੜਾ ਧੁਨ ਵੱਜਣੀ ਸ਼ੁਰੂ ਹੋ ਜਾਂਦੀ ਹੈ ਸਾਡੇ 10ਵੇਂ ਦੁਆਰ ਦੇ ਵਿੱਚ, ਤੇ ਜਦੋਂ ਅਸੀਂ ਸੁਣਦੇ ਹਾਂ ਉਸ ਨੂੰ, ਇਹ ਨਾਮ ਜਿਹੜਾ ਹੈ ਨਾਮ ਅੰਮ੍ਰਿਤ ਹੈ, ਪਰਮਾਤਮਾ ਦਾ ਨਾਮ ਹੈ ਔਰ ਇਹ ਪਰਮਾਤਮਾ ਹੀ ਹੈ। ਜਦੋਂ ਨਾਮ ਵੱਜਣਾ ਸ਼ੁਰੂ ਹੋ ਜਾਂਦਾ, ਅਨਹਦ ਧੁਨ ਵੱਜਣੀ ਸ਼ੁਰੂ ਹੋ ਜਾਂਦੀ ਹੈ, ਉਦੋਂ ਪਰਮਾਤਮਾ ਦੀ ਵੀ ਪ੍ਰਾਪਤੀ ਹੋ ਜਾਂਦੀ ਹੈ। ਸਾਡੇ 10ਵੇਂ ਦੁਆਰ ਦੇ ਵਿੱਚ ਪਰਮਾਤਮਾ ਜਿਹੜਾ ਹੈ ਉਹ ਪ੍ਰਗਟ ਹੋ ਕੇ ਹੌਲੀ ਹੌਲੀ ਮਤਲਬ ਸਮਾਂ ਮੁਤਾਬਕ ਸਾਡੇ ਹਿਰਦੇ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ। ਤੇ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਕਹਿੰਦੇ ਆ ਵੀ ਐਸਾ ਨਾਮ ਜਿਹੜਾ ਹੈ ਨਾ, ਇਹ ਨਾਮ ਨਿਰੰਜਨ ਹੋ ਕੇ ਸਾਡੇ ਹਿਰਦੇ ਦੇ ਵਿੱਚ ਵਸ ਜਾਂਦਾ ਹੈ। ਜੇ ਕੋ ਮਨ ਜਾਣੈ ਮਨ ਕੋਏ, ਜੇ ਕੋਈ ਇਸ ਨੂੰ ਮੰਨੇ ਤੇ ਜਾਣ ਲਵੇ, ਗੁਰੂ ਸਾਹਿਬ ਕਹਿੰਦੇ ਆ ਵੀ ਐਸਾ ਮਨ ਜਿਹੜਾ ਹੈ ਨਾ, ਮੰਨ ਕੇ ਪਰਮਾਤਮਾ ਨੂੰ ਜਾਣ ਲੈਂਦਾ ਹੈ, ਪਰਮਾਤਮਾ ਨੂੰ ਪੇਖ ਲੈਂਦਾ ਹੈ, ਪਰਮਾਤਮਾ ਦੇ ਭੇਦਾਂ ਨੂੰ ਜਾਣਨਾ ਸ਼ੁਰੂ ਕਰ ਦਿੰਦਾ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਵੀ ਐਸਾ ਮਨ ਜਿਹੜਾ ਹੈ, ਐਸੀ ਰੂਹ ਜਿਹੜੀ ਹੈ ਉਹ ਕੋਈ ਹੈ, ਹਰ ਕਿਸੇ ਬੰਦੇ ਨੂੰ ਇਹ ਪ੍ਰਾਪਤੀ ਨਹੀਂ ਹੁੰਦੀ। ਜੇ ਕੋਈ ਕਹੇ ਵੀ ਲਾ ਮੈਂ ਨਾਮ ਸਿਮਰਨ ਕਰਕੇ ਤੇ ਮੈਂ ਅਨਹਦ ਧੁਨ ਮੇਰੇ ਵੱਜਣੀ ਸ਼ੁਰੂ ਹੋ ਜਾਊਗੀ, ਪਰ ਨਹੀਂ, ਗੁਰੂ ਦੀ ਕਿਰਪਾ ਬਿਨਾ, ਇਹ ਗੁਰੂ ਦੇ ਪ੍ਰਸਾਦ ਬਿਨਾ ਇਹ ਨਾਮ ਜਿਹੜਾ ਹੈ ਸਾਡੇ ਹਿਰਦੇ ਦੇ ਵਿੱਚ ਜਿਹੜਾ ਹੈ ਧੁਨ ਬਣ ਕੇ ਸਾਨੂੰ ਸੁਣਾਈ ਨਹੀਂ ਦਿੰਦਾ। ਜਿੰਨਾ ਚਿਰ ਸਾਡਾ ਮਨ ਨਿਰਮਲ ਨਹੀਂ ਹੁੰਦਾ, ਜਿੱਦਾਂ ਸਾਡਾ ਚਰਨ ਸੁੱਧ ਨਹੀਂ ਹੁੰਦਾ, ਜਿੰਨਾ ਚਿਰ ਸਾਡੀ ਸ਼ਰਨਾਗਤ ਪਰਮਾਤਮਾ ਦੇ ਚਰਨਾਂ 'ਚ ਨਹੀਂ ਹੁੰਦੀ, ਜਿੰਨਾ ਚਿਰ ਸਾਡੀ ਸੁਰਤੀ ਜਿਹੜੀ ਹੈ ਪਰਮਾਤਮਾ ਦੇ ਧਿਆਨ ਦੇ ਵਿੱਚ ਜੁੜਦੀ ਨਹੀਂ ਹੈ, ਜਿੰਨਾ ਚਿਰ ਸਾਡੀ ਲਿਵ ਜਿਹੜੀ ਹੈ ਪਰਮਾਤਮਾ ਦੇ ਚਰਨਾਂ 'ਚ ਨਹੀਂ ਜੁੜਦੀ ਔਰ ਪਰਮਾਤਮਾ ਦਾ ਨਾਮ ਸਿਮਰਨ ਕਰਦੇ ਹੋਏ ਅਸੀਂ ਜ਼ਿਆਦਾ ਤੋਂ ਜ਼ਿਆਦਾ ਪਰਮਾਤਮਾ ਦੇ ਉੱਤੇ ਡਿਪੈਂਡ ਹੋ ਜਾਂਦੇ ਹਾਂ, ਆਪਣਾ ਮੈਂ ਮੇਰੀ ਵੀ ਗਵਾ ਲੈਂਦੇ ਹਾਂ, ਆਪਣਾ ਚਰਨ ਸ਼ੁੱਧ ਕਰ ਲੈਂਦੇ ਹਾਂ, ਉਹਨਾਂ ਚਿਰ ਇਹ ਕਿਸੇ ਨੂੰ ਪ੍ਰਾਪਤ ਨਹੀਂ ਹੁੰਦੀ। ਤੇ ਉਦੋਂ ਹੀ ਪ੍ਰਾਪਤ ਹੁੰਦੀ ਹੈ ਜਦੋਂ ਇਹ ਪ੍ਰਾਪਤੀਆਂ ਜਿਹੜੇ ਆਪਣੇ ਆਪ ਨੂੰ ਅਸੀਂ ਸੁਧਾਰ ਕੇ ਪਰਮਾਤਮਾ ਦੀ ਸ਼ਰਨਾਗਤ ਕਰ ਦਿੰਦੇ ਹਾਂ। ਇਹ ਐਸਾ ਗੁਰੂ ਸਾਹਿਬ ਕਹਿੰਦੇ ਵੀ ਐਸਾ ਮਨ ਜਿਹੜਾ, ਐਸੀ ਮਿਹਨਤ ਜਿਹੜੀ ਹੈ, ਐਸੀ ਮੁਸ਼ੱਕਤ ਜਿਹੜੀ ਹੈ ਉਹ ਬਹੁਤ ਘੱਟ ਬੰਦੇ ਕਰਦੇ ਆ। ਹੁਣ ਗੁਰੂ ਸਾਹਿਬ ਕਹਿੰਦੇ ਆ ਜਿੰਨੀ ਨਾਮ ਤੇ ਆਇਆ ਗਏ ਮੁਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਗੁਰੂ ਸਾਹਿਬ ਕਹਿੰਦੇ ਆ ਵੀ ਜਿਨ੍ਹਾਂ ਨੇ ਨਾਮ ਨੂੰ ਧਿਆਇਆ ਨਾ, ਉਹੀ ਜਿਹੜੇ ਆ ਉਹਨਾਂ ਦੇ ਮੁਖ ਉਜਲੇ ਹੁੰਦੇ ਆ, ਉਹੀ ਪਰਮਾਤਮਾ ਨੂੰ ਦੇਖਦੇ ਆ, ਉਹੀ ਪਰਮਾਤਮਾ ਦੇ ਨਾਲ ਜੁੜਦੇ ਆ। ਹੁਣ ਅੱਗੇ ਗੁਰੂ ਸਾਹਿਬ ਕਹਿੰਦੇ ਆ ਮੰਨੈ ਮਾਰਗ ਠਾਕ ਨਾ ਪਾਏ, ਮੰਨੇ ਪਤ ਸਿਓ ਪ੍ਰਗਟ ਜਾਏ, ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸਿਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਹੁਣ ਅਗਲੀ ਪੌੜੀ ਦੇ ਵਿੱਚ ਇਹ ਵੀ ਮੰਨੇ ਦੀ ਪੌੜੀ ਹੈ ਔਰ ਗੁਰੂ ਸਾਹਿਬ ਕਹਿੰਦੇ ਆ ਕਿ ਜਿਸ ਗੁਰਮੁਖ ਰੂਹ ਨੇ ਇਹ ਪਰਮਾਤਮਾ ਦੇ ਧੁਨ ਸ਼ਬਦ ਨੂੰ ਸੁਣ ਕੇ, ਨਾਦ ਨੂੰ ਸੁਣ ਕੇ ਪਰਮਾਤਮਾ ਨੂੰ ਮੰਨ ਲਿਆ, ਪ੍ਰਤੀਤ ਕਰ ਲਈ, ਤੇ ਗੁਰੂ ਸਾਹਿਬ ਕਹਿੰਦੇ ਆ ਉਸ ਨੂੰ ਪਰਮਾਤਮਾ ਦੇ ਦੁਆਰੇ ਤੱਕਰ ਜੋ ਮਾਰਗ ਜਾਂਦਾ ਹੈ, ਜੋ ਮਾਰਗ ਪੰਥ, ਜੋ ਧਰਮ, ਜੋ ਸਿਧਾਂਤ ਜਿਸ ਨੂੰ ਅਸੀਂ ਕਹਿੰਦੇ ਆ, ਉਹਦੇ 'ਚ ਉਸ ਨੂੰ ਕੋਈ ਰੁਕਾਵਟ ਨਹੀਂ ਹੁੰਦੀ, ਕੋਈ ਰੁਕਾਵਟ ਕਰ ਹੀ ਨਹੀਂ ਸਕਦਾ, ਕਿਉਂਕਿ ਪਰਮਪਿਤਾ ਪਰਮਾਤਮਾ ਦੀ ਉਸ ਦੇ ਉੱਤੇ ਕਿਰਪਾ ਹੋ ਜਾਂਦੀ ਹੈ। ਉਹ ਪਰਮਾਤਮਾ ਨੂੰ ਮੰਨ ਲੈਂਦਾ ਔਰ ਜਦੋਂ ਮੰਨ ਲੈਂਦਾ ਉਦੋਂ ਪਰਮਾਤਮਾ ਦੀ ਨਦਰ ਨਿਹਾਲ ਦੀ ਜੋ ਕਿਰਪਾ ਬਖਸ਼ਿਸ਼ ਜੋ ਹੈ ਉਹ ਉਸ ਰੂਹ ਨੂੰ ਪ੍ਰਾਪਤ ਹੋ ਜਾਂਦੀ ਹੈ
ਔਰ ਇਸ ਤਰ੍ਹਾਂ ਦੇ ਨਾਲ ਮੰਨੇ ਪਤ ਸਿਓ ਪ੍ਰਗਟ ਜਾਏ। ਇਹ ਜੋ ਰੂਹਾਂ ਪ੍ਰਮਾਤਮਾ ਨੂੰ ਇਸ ਤਰ੍ਹਾਂ ਦੇ ਨਾਲ ਮੰਨ ਲੈਂਦੀਆਂ, ਉਹ ਪਤ ਦੇ ਨਾਲ ਭਾਵ ਦੇਵਤੇ ਉਸ ਨੂੰ ਗਵਾਨ ਲਿਆ ਕੇ ਸਤਿਕਾਰ ਦੇ ਨਾਲ ਫੁੱਲਾਂ ਦੀ ਵਰਖਾ ਕਰਦੇ ਹੋਏ ਪ੍ਰਮਾਤਮਾ ਦੇ ਦੁਆਰੇ ਦੇ ਉੱਤੇ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਸੱਚਖੰਡ ਦੇ ਵਿੱਚ ਪ੍ਰਗਟ ਕਰਦੇ ਆ। ਤੇ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਕਹਿੰਦੇ ਆ ਭਾਈ ਇਹ ਹੁੰਦਾ ਉਹਨਾਂ ਹੀ ਰੂਹਾਂ ਨੂੰ ਹੈ ਜੋ ਪ੍ਰਮਾਤਮਾ ਨੂੰ ਨਾਮ ਧੁਨ ਸੁਣ ਕੇ ਮੰਨ ਲੈਂਦੀਆਂ, ਪ੍ਰਮਾਤਮਾ ਦੀ ਪ੍ਰਾਪਤੀ ਕਰ ਲੈਂਦੀਆਂ, ਪ੍ਰਮਾਤਮਾ ਨੂੰ ਵੇਖਦੀਆਂ ਹੈ। ਗੁਰੂ ਸਾਹਿਬ ਕਹਿੰਦੇ ਆ ਮੰਨੈ ਮਾਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ। ਮੰਨਣ ਵਾਲੀਆਂ ਜਿਹੜੀਆਂ ਰੂਹਾਂ ਨਾ ਉਹ ਮਗ ਮਤਲਬ ਮਗਰੂਰੀ ਦੇ ਵਿੱਚ ਨਹੀਂ ਪੰਥ ਦੇ ਉੱਤੇ ਚੱਲਦੀਆਂ, ਉਹ ਹਮੇਸ਼ਾ ਹੀ ਪ੍ਰਮਾਤਮਾ ਦੀ ਸ਼ਰਨਾਗਤ ਹੋ ਕੇ ਪ੍ਰਮਾਤਮਾ ਦੇ ਚਰਨਾਂ ਦਾ ਧਿਆਨ ਧਰ ਕੇ ਸੁਰਤੀ ਨੂੰ ਆਪਣੇ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਜੋੜ ਕੇ ਪ੍ਰਮਾਤਮਾ ਦੀ ਲਿਵ ਆਪਣੇ ਹਿਰਦੇ ਦੇ ਵਿੱਚ ਲਗਾ ਕੇ ਧਿਆਨ ਪ੍ਰਮਾਤਮਾ ਦੇ ਚਰਨਾਂ 'ਚ ਰੱਖ ਕੇ ਮਤਲਬ ਆਪਣੇ ਆਪ ਨੂੰ ਨੀਵਾਂ ਕਰਕੇ ਮੈਂ ਮੇਰੀ ਤੋਂ ਦੂਰ ਰਹਿ ਕੇ, ਹਉਮੈ ਤੋਂ ਦੂਰ ਰਹਿ ਕੇ, ਹੰਕਾਰ ਤੋਂ ਦੂਰ ਰਹਿ ਕੇ ਗੁਰੂ ਸਾਹਿਬ ਕਹਿੰਦੇ ਆ ਵੀ ਉਹ ਪ੍ਰਮਾਤਮਾ ਦੇ ਪੰਥ ਦੇ ਉੱਤੇ, ਪ੍ਰਮਾਤਮਾ ਦੇ ਮਾਰਗ ਦੇ ਉੱਤੇ, ਪ੍ਰਮਾਤਮਾ ਦਾ ਜੋ ਧਰਮ ਹੈ ਉਸ ਦੇ ਉੱਤੇ ਚੱਲਦੇ ਆ ਔਰ ਪ੍ਰਮਾਤਮਾ ਨੂੰ ਹੀ ਹਮੇਸ਼ਾ ਸਮਰਪਿਤ ਰਹਿੰਦੇ ਆ। ਹੁਣ ਗੁਰੂ ਸਾਹਿਬ ਕਹਿੰਦੇ ਆ ਉਹਨਾਂ ਲੋਕਾਂ ਦਾ ਧਰਮ ਦੇ ਨਾਲ ਸੰਬੰਧ ਹੁੰਦਾ ਹੈ। ਮੰਨੈ ਧਰਮ ਸੇਤੀ ਸੰਬੰਧ, ਜਿਹੜੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਵੀ ਜਿਹੜੀਆਂ ਰੂਹਾਂ ਇਸ ਤਰ੍ਹਾਂ ਨਾਲ ਨਾਮ ਧੁਨ ਸੁਣ ਕੇ ਪ੍ਰਮਾਤਮਾ ਨੂੰ ਮੰਨ ਲੈਂਦੀਆਂ, ਉਹਨਾਂ ਦਾ ਸੰਬੰਧ ਜਿਹੜਾ ਹੈ ਉਹ ਸਿਰਫ ਤੇ ਸਿਰਫ ਧਰਮ ਨਾਲ ਰਹਿ ਜਾਂਦਾ ਹੈ। ਅਧਰਮ ਨਾਲ, ਪਾਪ ਕਰਮਾਂ ਨਾਲ ਉਹਨਾਂ ਦਾ ਕੋਈ ਲੈਣ ਦੇਣ ਨਹੀਂ ਹੁੰਦਾ। ਉਹਨਾਂ ਦੀ ਰੂਹ ਜਿਹੜੀ ਹੈ ਨਿਰਮਲ ਹੋ ਜਾਂਦੀ ਹੈ, ਉਹਨਾਂ ਦਾ ਪਾਪਾਂ ਦਾ ਜੋ ਲੇਖਾ ਹੁੰਦਾ ਹੈ ਉਹ ਕੱਟਿਆ ਜਾਂਦਾ ਔਰ ਸਿਰਫ ਤੇ ਸਿਰਫ ਉਹ ਆਪਣੇ ਜੀਵਨ ਦੇ ਵਿੱਚ ਧਰਮ ਦੇ ਨਾਲ ਸੰਬੰਧਿਤ ਰਹਿੰਦੇ ਆ, ਪਰ ਧਰਮ ਦੇ ਨਾਲ ਜੁੜੇ ਰਹਿੰਦੇ। ਧਰਮ ਮਤਲਬ ਪ੍ਰਮਾਤਮਾ ਦੇ ਸੱਚ ਦੇ ਸਿਧਾਂਤ ਨੂੰ ਕਿਹਾ ਜਾਂਦਾ ਹੈ। ਧਰਮ ਪ੍ਰਮਾਤਮਾ ਦੇ ਜੋ ਸ੍ਰਿਸ਼ਟੀ ਚਲਾਉਣ ਦੇ ਕਾਨੂੰਨ ਹੈ, ਸਿਧਾਂਤ ਹੈ, ਉਹਨਾਂ ਨੂੰ ਧਰਮ ਕਿਹਾ ਜਾਂਦਾ ਹੈ। ਤੇ ਉਹ ਰੂਹਾਂ ਸਿਰਫ ਪ੍ਰਮਾਤਮਾ ਦੇ ਉਹਨਾਂ ਸਿਧਾਂਤਾਂ ਦੇ ਨਾਲ ਜੁੜੀਆਂ ਰਹਿੰਦੀਆਂ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਆ ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਗੁਰੂ ਸਾਹਿਬ ਕਹਿੰਦੇ ਆ ਵੀ ਜੋ ਨਾਮ ਇਸ ਤਰ੍ਹਾਂ ਦੇ ਨਾਲ ਪ੍ਰਮਾਤਮਾ ਨਾਲ ਜੁੜ ਜਾਂਦਾ ਹੈ, ਨਾਮ ਸੁਣ ਕੇ, ਧੁਨ ਸੁਣ ਕੇ ਪ੍ਰਮਾਤਮਾ ਦੇ ਨਾਲ ਪ੍ਰਮਾਤਮਾ ਨੂੰ ਮੰਨ ਲੈਂਦਾ ਔਰ ਪ੍ਰਮਾਤਮਾ ਨਾਲ ਜੁੜ ਜਾਂਦਾ। ਗੁਰੂ ਸਾਹਿਬ ਕਹਿੰਦੇ ਆ ਵੀ ਐਸਾ ਜਿਹੜਾ ਨਾਮ ਹੈ ਨਾ ਉਹ ਪ੍ਰਮਾਤਮਾ ਦਾ ਸਰੂਪ ਹੋ ਜਾਂਦਾ ਹੈ, ਨਿਰੰਜਨ ਹੀ ਹੋ ਜਾਂਦਾ ਹੈ। ਭਾਵ ਉਸ ਨੂੰ ਕੋਈ ਕਾਲਖ ਨਹੀਂ ਲੈਂਦੀ, ਉਹ ਨਿਰਮਲ ਸਰੂਪ ਹੋ ਕੇ ਪ੍ਰਮਾਤਮਾ ਦਾ ਸਰੂਪ ਹੋ ਜਾਂਦਾ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਕਿ ਐਸਾ ਨਾਮ ਨਿਰੰਜਨ ਹੋਏ, ਐਸਾ ਨਾਮ ਨਿਰੰਜਨ ਹੋ ਜਾਂਦਾ। ਪਰ ਜੇ ਕੋ ਮਨ ਜਾਣੈ ਮਨ ਕੋਏ, ਜੇ ਕੋਈ ਇਸ ਤਰ੍ਹਾਂ ਦੇ ਨਾਲ ਕੋਈ ਰੂਹ ਮੰਨ ਲਵੇ ਪ੍ਰਮਾਤਮਾ ਤੇ ਫਿਰ ਪ੍ਰਮਾਤਮਾ ਦੀ ਪ੍ਰਾਪਤੀ ਕਰੇ। ਉਹ ਗੁਰੂ ਸਾਹਿਬ ਕਹਿੰਦੇ ਆ ਵੀ ਐਸਾ ਜਿਹੜਾ ਮਨ ਹੈ ਨਾ, ਐਸੀ ਰੂਹ ਜਿਹੜੀ ਹੈ, ਐਸੀ ਆਤਮਾ ਜਿਹੜੀ ਹੈ ਉਹ ਕੋਈ ਹੈ, ਐਸੀ ਜੋਤ ਜਿਹੜੀ ਹੈ ਪ੍ਰਮਾਤਮਾ ਨਾਲ ਮਿਲਣ ਵਾਲੀ ਉਹ ਕੋਈ ਹੈ, ਵਿਰਲਾ ਹੈ। ਹਰ ਕਿਸੇ ਨੂੰ ਇਸ ਤਰ੍ਹਾਂ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਹੁਣ ਗੁਰੂ ਸਾਹਿਬ ਅੱਗੇ ਫਿਰ ਮੰਨੇ ਦੀ ਪੌੜੀ ਦੇ ਵਿੱਚ ਗੱਲ ਬਖਸ਼ਿਸ਼ ਕਰ ਰਹੇ ਆ। ਮੰਨੇ ਪਾਵੈ ਮੋਖ ਦਵਾਰ, ਮੰਨੇ ਪਰਵਾਰੈ ਸਾਧਾਰ, ਮੰਨੇ ਤਰੈ ਤਾਰੇ ਗੁਰ ਸਿੱਖ, ਮੰਨੇ ਨਾਨਕ ਪਵੈ ਨ ਭਿਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਹੁਣ ਗੁਰੂ ਸਾਹਿਬ ਮੰਨੇ ਦਾ ਜੋ ਵਿਚਾਰ ਕਰ ਰਹੇ ਆ ਉਹ ਅਖੀਰਲਾ ਵਿਚਾਰ ਫਿਰ ਸਾਨੂੰ ਹੋਰ ਦੱਸਦੇ ਆ ਕਿ ਜਿਹੜੀਆਂ ਰੂਹਾਂ ਇਸ ਤਰ੍ਹਾਂ ਦੇ ਨਾਲ ਨਾਮ ਧੁਨ ਨੂੰ, ਨਾਦ ਧੁਨ ਨੂੰ, ਸ਼ਬਦ ਧੁਨ ਨੂੰ ਸੁਣ ਕੇ ਪ੍ਰਮਾਤਮਾ ਨਾਲ ਪ੍ਰਤੀਤ ਕਰ ਲੈਂਦੀਆਂ ਔਰ ਮੰਨ ਲੈਂਦੀਆਂ, ਗੁਰੂ ਸਾਹਿਬ ਕਹਿੰਦੇ ਆ ਵੀ ਉਹਨਾਂ ਰੂਹਾਂ ਨੂੰ ਮੋਕਸ਼ ਦੇ ਦੁਆਰ ਦੀ ਪ੍ਰਾਪਤੀ ਹੋ ਜਾਂਦੀ ਹੈ। ਮੋਖ ਦੁਆਰ ਭਾਵ ਕੀ ਹੈ ਕਿ ਮੁਕਤੀ ਪ੍ਰਾਪਤ ਹੋਣੀ, ਮੋਕਸ਼ ਪ੍ਰਾਪਤ ਹੋ ਜਾਣੀ। ਉਹਨਾਂ ਰੂਹਾਂ ਨੂੰ ਮੋਕਸ਼ ਪ੍ਰਾਪਤ, ਕੁੱਲਿਆ ਮੋਕਸ਼ ਪ੍ਰਾਪਤ ਹੋ ਜਾਂਦੀ ਹੈ। ਸੰਸਾਰ ਦੇ ਵਿੱਚ 4 ਮੁਕਤੀਆਂ ਜਿਹੜੀਆਂ ਹੈ ਉਹ ਗੁਰਮੁਖ ਰੂਹ ਫਿਰ ਇਸ ਸੰਸਾਰ ਦੇ ਵਿੱਚ ਰਹਿ ਕੇ ਬੰਧਨਾਂ ਤੋਂ ਆਪਣੀ ਰੂਹ ਨੂੰ ਮੁਕਤ ਕਰਾ ਲੈਂਦੀਆਂ ਔਰ
ਅਖੀਰ ਕੁੱਲਿਆ ਮੋਕਸ਼ ਜੋ ਪੰਜਵੀਂ ਮੋਕਸ਼ ਹੈ ਉਹ ਪਰਮਾਤਮਾ ਦੇ ਦੁਆਰੇ ਦੇ ਉੱਤੇ ਸੱਚਖੰਡ ਦੇ ਉੱਤੇ ਜਾ ਕੇ ਇਹ ਰੂਹ ਨੂੰ ਪ੍ਰਾਪਤ ਹੁੰਦੀ ਹੈ ਔਰ ਮੋਖ ਦਾ ਦੁਆਰਾ ਸੱਚਖੰਡ ਭਾਵ ਪ੍ਰਾਪਤ ਹੋ ਜਾਂਦਾ ਹੈ। ਸੱਚਖੰਡ ਦੇ ਵਿੱਚ ਆਸਣ ਦੀ ਪ੍ਰਾਪਤੀ ਹੋ ਜਾਂਦੀ ਹੈ, ਪਰਮਾਤਮਾ ਦੇ ਦਰਸ ਦਾਰੇ ਹੋ ਜਾਂਦੇ ਹੈ ਔਰ ਇੱਥੋਂ ਤੀਕਰ ਕੇ ਪਰਮਾਤਮਾ ਦੇ ਹੁਕਮ ਦੇ ਨਾਲ ਉਹ ਰੂਹ ਜਿਹੜੀ ਜੋਤ ਜਿਹੜੀ ਹੈ ਉਹ ਪਰਮਾਤਮਾ ਦੇ ਦਰਸ ਦਾਰੇ ਕਰਦੀ ਹੋਈ ਪਰਮਾਤਮਾ ਦੇ ਵਿੱਚ ਮਿਲਨ ਕਰ ਲੈਂਦੀ ਹੈ ਜਾਂ ਪਰਮਾਤਮਾ ਦੀ ਕਿਰਪਾ ਨਾਲ ਉਹ ਆਵਾਗਮਨ ਤੋਂ ਰਹਿਤ ਹੋ ਕੇ ਉਸ ਆਸਣ ਦੇ ਉੱਤੇ ਸੱਚਖੰਡ ਦੇ ਵਿੱਚ ਜੋ ਉਸ ਨੂੰ ਆਸਣ ਮਿਲਦਾ ਹੈ ਉਸ ਦੇ ਉੱਤੇ ਬਿਰਾਜਮਾਨ ਹੋ ਕੇ ਉਹ ਪਰਮਾਤਮਾ ਦਾ ਨਾਮ ਸਿਮਰਨ ਕਰਦੇ ਹੋਏ ਪਰਮਾਤਮਾ ਦੇ ਦਰਸ ਦਾਰੇ ਕਰਦੀ ਰਹਿੰਦੀ ਹੈ। ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਕਹਿੰਦੇ ਆ ਮੰਨੈ ਪਾਵੈ ਮੋਖ ਦੁਆਰ, ਜੋ ਮੰਨ ਲੈਂਦਾ ਹੈ ਪਰਮਾਤਮਾ ਨੂੰ ਉਸ ਨੂੰ ਮੋਕਸ਼ ਦਾ ਦੁਆਰ ਪ੍ਰਾਪਤ ਹੋ ਜਾਂਦਾ ਔਰ ਕੁੱਲਿਆ ਮੋਕਸ਼ ਦੀ ਪ੍ਰਾਪਤੀ ਹੋ ਜਾਂਦੀ ਹੈ। ਉਹਦੀ ਰੂਹ ਦਾ ਆਵਾਗਮਨ ਜਿਹੜਾ ਹੈ 84 ਲੱਖ ਜੋਨੀਆਂ ਦਾ ਭੋਗ ਜਿਹੜਾ ਹੈ ਉਹ ਕੱਟਿਆ ਜਾਂਦਾ ਹੈ। ਮੰਨੈ ਪਰਵਾਰੈ ਸਾਧਾਰ, ਇਹ ਮੰਨਣ ਵਾਲੀਆਂ ਰੂਹਾਂ ਜਿਹੜੀਆਂ ਨਾ ਇਹ ਜੇ ਇੱਕ ਰੂਹ ਨੇ ਪਰਮਪਿਤਾ ਪਰਮਾਤਮਾ ਦੀ ਪ੍ਰਾਪਤੀ ਕਰ ਲਈ ਹੈ ਤੇ ਗੁਰੂ ਸਾਹਿਬ ਕਹਿੰਦੇ ਆ ਕਿ ਉਹ ਰੂਹਾਂ ਆਪਣੇ ਪਰਿਵਾਰ ਦਾ ਵੀ ਸੁਧਾਰ ਕਰ ਦਿੰਦੀਆਂ, ਪਰਿਵਾਰ ਨੂੰ ਵੀ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੋੜ ਕੇ ਪਰਮਾਤਮਾ ਨਾਲ ਮਿਲਣ ਕਰਵਾ ਦਿੰਦੀਆਂ ਔਰ ਪਰਮਾਤਮਾ ਦੀ ਬਖਸ਼ਿਸ਼ ਉਹਨਾਂ ਦੇ ਪਰਿਵਾਰ ਦੇ ਉੱਤੇ ਵੀ ਹੋ ਜਾਂਦੀ ਹੈ। ਆਮ ਇਤਿਹਾਸ ਦੇ ਵਿੱਚ ਜਾਂ ਗੁਰਮਤਿ ਦੇ ਵਿੱਚ ਜਾਂ ਧਰਮ ਦੇ ਲੇਖਿਆਂ ਦੇ ਵਿੱਚ ਇਹ ਗਿਣਿਆ ਜਾਂਦਾ ਹੈ ਕਿ ਜੇ ਇੱਕ ਕੁਲ ਦੇ ਵਿੱਚ ਇੱਕ ਭਗਤ ਪੈਦਾ ਹੋ ਜਾਵੇ ਤੇ ਉਸ ਦੀਆਂ 21 ਕੁਲਾਂ ਤਰ ਜਾਂਦੀਆਂ। ਇਹ ਪਰਮਾਤਮਾ ਦੀ ਕਿਰਪਾ ਹੁੰਦੀ ਹੈ। ਇਹੀ ਗੱਲ ਗੁਰੂ ਸਾਹਿਬ ਇੱਥੇ ਕਹਿੰਦੇ ਆ ਮੰਨੈ ਪਰਵਾਰੈ ਸਾਧਾਰ, ਉਹ ਰੂਹ ਆਪਣੇ ਪਰਿਵਾਰ ਦਾ ਸੁਧਾਰ ਕਰ ਦਿੰਦੀ ਹੈ। ਮੰਨੈ ਤਰੈ ਤਾਰੇ ਗੁਰ ਸਿੱਖ, ਮੰਨੈ ਨਾਨਕ ਪਵੈ ਨ ਪਿਖ। ਗੁਰੂ ਸਾਹਿਬ ਕਹਿੰਦੇ ਆ ਵੀ ਜਿਹੜੇ ਮੰਨੀਆਂ ਹੋਈਆਂ ਰੂਹਾਂ ਜਿਹੜੀਆਂ ਨਾ ਉਹ ਆਪ ਤਾਂ ਤਰਦੀਆਂ ਹੀ ਤਰਦੀਆਂ, ਉਹ ਸੰਸਾਰ ਦੇ ਦੂਜੇ ਲੋਕਾਂ ਨੂੰ ਵੀ ਤਾਰ ਦਿੰਦੀਆਂ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਨਾ, ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਹਨਾਂ ਦੇ ਆਪ ਦੇ ਤਾਂ ਮੁੱਖ ਉਜਲ ਹੁੰਦੇ ਹੀ ਹੁੰਦੇ ਆ, ਉਹਨਾਂ ਨੂੰ ਪਰਮਾਤਮਾ ਦਾ ਦੁਆਰਾ ਤਾਂ ਪ੍ਰਾਪਤ ਹੁੰਦਾ ਹੀ ਹੁੰਦਾ ਹੈ। ਉਹ ਆਪ ਤਾਂ ਭਾਵ ਸਾਗਰ ਤੋਂ ਤਰਦੀਆਂ ਹੀ ਤਰਦੀਆਂ, ਉਹ ਦੂਸਰਿਆਂ ਨੂੰ ਵੀ ਤਾਰ ਦਿੰਦੀਆਂ। ਇਹੀ ਗੱਲ ਗੁਰੂ ਸਾਹਿਬ ਇੱਥੇ ਕਹਿੰਦੇ ਆ ਮੰਨੈ ਤਰੈ ਤਾਰੇ ਗੁਰ ਸਿੱਖ, ਮੰਨੈ ਨਾਨਕ ਪਵੈ ਨ ਪਿਖ। ਐਸੇ ਗੁਰੂ ਸਾਹਿਬ ਦੀ ਕਿਰਪਾ ਹੈ ਕਿ ਜੋ ਪਰਮਾਤਮਾ ਨੂੰ ਮੰਨ ਲੈਂਦੇ ਆ ਉਹਨਾਂ ਨੂੰ ਕਦੇ ਵੀ ਭਿੱਖ ਭਾਵ ਕਿਸੇ ਵੀ ਔਕੜ ਦੇ ਵਿੱਚ ਕੋਈ ਮੁਸ਼ਕਲ ਨਹੀਂ ਆਉਂਦੀ, ਕੋਈ ਐਸੀ ਤੰਗੀ ਨਹੀਂ ਆਉਂਦੀ ਕਿ ਉਹਨਾਂ ਨੂੰ ਕਿਤੇ ਐਸੀ ਜ਼ਰੂਰਤ ਪਵੇ ਕਿ ਉਹ ਕਿਸੇ ਤੋਂ ਮੰਗਣ। ਯਾਨੀ ਜੋ ਮੰਗਦੇ ਆ ਪਰਮਾਤਮਾ ਤੋਂ ਮੰਗਦੇ ਹੈ, ਉਹ ਪਰਮਾਤਮਾ ਜਿਹੜਾ ਉਹਨਾਂ ਨੂੰ ਬਖਸ਼ ਦਿੰਦਾ ਹੈ। ਇਹ ਉਹਨਾਂ ਗੁਰਮੁਖ ਰੂਹਾਂ ਦਾ ਪਰਮਾਤਮਾ ਦੇ ਨਾਲ ਐਸਾ ਸੰਬੰਧ ਹੁੰਦਾ ਹੈ ਕਿ ਜੋ ਵੀ ਭਗਤ ਲੋਕ ਜਿਹੜੇ ਹੈ ਪਰਮਾਤਮਾ ਤੋਂ ਮੰਗਦੇ ਆ ਨਾ, ਉਹ ਹੀ ਪਰਮਾਤਮਾ ਉਹਨਾਂ ਨੂੰ ਬਖਸ਼ ਦਿੰਦਾ ਹੈ। ਉਹਨਾਂ ਨੂੰ ਭਿੱਖਿਆ ਜਾਂ ਮੰਗਣ ਦੀ ਕਿਸੇ ਸੰਸਾਰੀ ਬੰਦੇ ਤੋਂ ਲੋੜ ਨਹੀਂ ਪੈਂਦੀ ਗੀ। ਉਹ ਮੰਗਦੇ ਆ ਤੇ ਪਰਮਾਤਮਾ ਤੋਂ ਹੀ ਮੰਗਦੇ ਆ। ਤੇ ਗੁਰੂ ਸਾਹਿਬ ਅੱਗੇ ਬਖਸ਼ਿਸ਼ ਕਰਦੇ ਆ ਵੀ ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਭਾਈ ਗੁਰਮੁਖ ਪਿਆਰਿਓ, ਐਸਾ ਨਾਮ ਜਿਹੜਾ ਹੈ ਨਾ ਜੋ ਪਰਮਾਤਮਾ ਨੂੰ ਸਮਰਪਿਤ ਹੋ ਜਾਂਦਾ, ਪਰਮਾਤਮਾ ਨਾਲ ਪਿਆਰ ਕਰਦਾ, ਪਰਮਾਤਮਾ ਤੇ ਪ੍ਰਤੀਤ ਕਰ ਲੈਂਦਾ, ਪਰਮਾਤਮਾ ਤੇ ਵਿਸ਼ਵਾਸ ਕਰ ਲੈਂਦਾ, ਦ੍ਰਿੜ ਭਰੋਸਾ ਕਰ ਲੈਂਦਾ ਔਰ ਪਰਮਾਤਮਾ ਨੂੰ ਮੰਨ ਲੈਂਦਾ, ਇਹ ਐਸਾ ਨਾਮ ਜਿਹੜਾ ਹੈ ਉਹ ਪਰਮਾਤਮਾ ਦਾ ਹੀ ਸਰੂਪ ਹੋ ਜਾਂਦਾ ਹੈ। ਜਿਸ ਹਿਰਦੇ ਦੇ ਵਿੱਚ ਇਹ ਨਾਮ ਹੁੰਦਾ ਹੈ ਉਹ ਰੂਹ ਵੀ ਪਰਮਾਤਮਾ ਦਾ ਸਰੂਪ ਹੋ ਜਾਂਦੀ ਹੈ। ਪਰ ਗੁਰੂ ਸਾਹਿਬ ਕਹਿੰਦੇ ਆ ਕਿ ਜੇ ਕੋ ਮਨ ਜਾਣੈ, ਜੇ ਕੋਈ ਐਸਾ ਇਸ ਤਰ੍ਹਾਂ ਨਾਲ ਪਰਮਾਤਮਾ ਨੂੰ ਮੰਨ ਲਵੇ, ਮੰਨ ਕੇ ਜਾਣ ਲਵੇ, ਤੇ ਫਿਰ ਗੁਰੂ ਸਾਹਿਬ ਕਹਿੰਦੇ ਆ ਵੀ ਐਸੀ ਰੂਹ ਕੋਈ ਹੁੰਦੀ ਹੈ। ਇਹ ਪਰਮਾਤਮਾ ਦੀ ਕਿਰਪਾ ਨਾਲ ਹੀ ਹੁੰਦੀ ਹੈ, ਗੁਰੂ ਦੇ ਪ੍ਰਸਾਦ ਨਾਲ ਹੀ ਹੁੰਦੀ ਹੈ। ਹਰ ਕੋਈ ਬੰਦਾ ਇਸ ਤਰ੍ਹਾਂ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦਾ। ਪਰਮਾਤਮਾ ਦਾ ਨਾਮ ਸਿਮਰਨ ਕਰਕੇ ਪਰਮਾਤਮਾ ਦਾ ਸਰੂਪ ਨਹੀਂ ਹੋ ਸਕਦਾ। ਪਰਮਾਤਮਾ ਦੀ ਬਖਸ਼ਿਸ਼ ਨਾਲ ਹੀ, ਪਰਮਾਤਮਾ ਦੇ ਪ੍ਰਸਾਦ ਨਾਲ ਹੀ, ਪਰਮਾਤਮਾ ਦੀ ਨਦਰੀ ਨਦਰ ਨਿਹਾਲ ਕਰਨ ਦੀ ਜੋ ਸਥਿਤੀ ਹੈ, ਉਸ ਕਿਰਪਾ ਦੁਆਰਾ ਹੀ ਇਹ ਰੂਹ ਜਿਹੜੀ ਹੈ ਪਰਮਾਤਮਾ ਦਾ ਸਰੂਪ ਹੋ ਸਕਦੀ ਹੈ। ਤੋ ਸਾਧ ਸੰਗਤ ਜੀ, ਇੰਨੀਆਂ ਵਿਚਾਰਾਂ ਕਰਦੇ ਹੋ ਅਸੀਂ ਸ਼ਮਾ ਦੇ ਜਾਚਕਾਂ। ਅਗਲੇ ਐਤਵਾਰ ਨੂੰ ਫਿਰ ਪੰਜ ਪ੍ਰਵਾਨ, ਪੰਜ ਪ੍ਰਦਾਨ, ਪੰਜੇ ਪਾਵੈ ਦਰਗਾ ਮਾਣ, ਇਸ ਪੌੜੀ ਦਾ ਅਸੀਂ ਵਿਚਾਰ ਕਰਾਂਗੇ। ਤੋ
ਇੰਨੀਆਂ ਵਿਚਾਰਾਂ ਕਰਦੇ ਹੋਏ ਦਾਸ ਆਪ ਜੀ ਨੂੰ ਬੇਨਤੀ ਕਰਦਾ, ਭਾਈ ਗੁਰਮੁਖ ਪਿਆਰਿਓ, ਵਾਹਿਗੁਰੂ ਜੋਤ ਸਾਹਿਬ ਸੁਦਾਮਾ ਨਗਰ ਹਰੀਪੁਰਾ ਰੋਡ, ਵਾਹਿਗੁਰੂ ਜੋਤ ਸਾਹਿਬ ਦਰ ਘਰ ਅਵਤਾਰ ਸਿੰਘ ਪੁਰਵਾ ਜੀ, ਸੁਦਾਮਾ ਨਗਰ ਹਰੀਪੁਰਾ ਰੋਡ। ਇਹ ਕਥਾ ਜੀ ਹੈ, ਹਰ ਐਤਵਾਰ ਨੂੰ ਜਪਜੀ ਸਾਹਿਬ ਦੀ ਵਿਚਾਰ ਕੀਤਾ ਜਾਂਦਾ ਹੈ। ਤੋ ਆਪ ਸਾਰਿਆਂ ਨੂੰ ਬੇਨਤੀ ਹੈ ਕਿ ਆਪ ਦਰ ਘਰ ਪਹੁੰਚ ਕੇ ਗੁਰਬਾਣੀ ਦਾ ਵਿਚਾਰ ਸਰਵਣ ਕਰਿਆ ਕਰੋ, ਤਾਂ ਕਿ ਸਾਡਾ ਵੀ ਜੀਵਨ ਜਿਹੜਾ ਹੈ ਉਹ ਪਰਮਾਤਮਾ ਨਾਲ ਜੁੜ ਜਾਵੇ, ਔਰ ਸਾਡਾ ਵੀ ਨਾਮ ਸਿਮਰਨ ਜਿਹੜਾ ਹੈ ਉਹ ਪਰਮਾਤਮਾ ਦੀ ਕਿਰਪਾ ਨਾਲ ਸਾਡਾ ਨਾਮ ਜਿਹੜਾ ਹੈ ਉਹ ਨਿਰੰਜਨ ਦਾ